ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਵੀਜ਼ੇ ਬਾਰੇ ਮਿਲੇਗੀ ਘਰ ਬੈਠੇ ਜਾਣਕਾਰੀ। ਟਰੱਕ ਵਾਲਿਆਂ ਖਿਲਾਫ ਪ੍ਰਦਰਸ਼ਨ ਦੀ ਤਿਆਰੀ, ਇਸ ਹਫ਼ਤੇ ਆਟਵਾ ਵਿੱਚ ਹੋਣਗੇ 2 ਪ੍ਰਦਰਸ਼ਨ ਵਾਲੀ ਥਾਂ ਤੇ ਲਗਾਏ ਹੋਰ ਅਫਸਰ, ਪੁਲਿਸ ਨੇ ਦਿੱਤੀ ਇਸ ਬਾਰੇ ਜਾਣਕਾਰੀ। ਆਰਥਿਕਤਾ ਹੋਈ ਪ੍ਰਭਾਵਿਤ, ਘੱਟ ਹੋਈਆਂ ਪਹਿਲਾਂ ਦੇ ਮੁਕਾਬਲੇ ਨੌਕਰੀਆਂ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪੋਰਟਲ ਨੂੰ ਲਾਂਚ ਕੀਤਾ ਗਿਆ। ਇੱਥੇ ਜਿਨ੍ਹਾਂ ਵੱਲੋਂ ਸਪਾਊਸ ਵੀਜ਼ਾ ਅਪਲਾਈ ਕੀਤਾ ਗਿਆ ਹੈ ਤੇ ਰਿਪਰੈਜ਼ੈਂਟੇਟਿਵ ਆਪਣੀ ਅਰਜ਼ੀ ਦਾ ਆਨਲਾਈਨ ਸਟੇਟਸ ਦੇਖ ਸਕਦੇ ਨੇ। ਹਾਲ ਹੀ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਸੰਬੰਧੀ ਕਈ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਚੱਲਦਿਆਂ ਅੱਜ ਇਹ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਾਸ ਜਾਣਕਾਰੀ ਸਾਹਮਣੇ ਆਈ। ਸਪਾਊਸਲ ਵੀਜ਼ਾ ਵਾਲਿਆਂ ਦੇ ਲਈ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਰਕਾਰ ਵੱਲੋਂ ਇਹਨਾਂ ਵੀਜ਼ਿਆਂ ਸੰਬੰਧੀ ਇੱਕ ਖਾਸ ਤੇ ਵੱਡਾ ਕਦਮ ਚੁੱਕਿਆ ਗਿਆ। ਜੀ ਹਾਂ, ਕੈਨੇਡਾ ਵੱਲੋਂ ਹੁਣ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਵਾਸਤੇ ਨਵੇਂ ਇਮੀਗ੍ਰੇਸ਼ਨ ਟਰੈਕਰ ਨੂੰ ਲਾਂਚ ਕੀਤਾ ਗਿਆ। ਇਸ ਨਾਲ ਇਹ ਹੋਏਗਾ ਕਿ ਸਪਾਊਸਲ ਵੀਜ਼ਾ ਸੰਬੰਧੀ ਪਾਰਦਰਸ਼ਤਾ ਆਏਗੀ। ਜਿਹੜੇ ਇਸ ਵੀਜ਼ਾ ਨੂੰ ਅਪਲਾਈ ਕਰ ਰਹੇ ਨੇ ਤੇ ਜਿਨ੍ਹਾਂ ਦਾ ਵੀਜ਼ਾ ਅਪਲਾਈ ਕੀਤਾ ਗਿਆ ਹੈ, ਉਹ ਆਪਣੇ ਵੀਜ਼ਾ ਦਾ ਸਟੇਟਸ ਆਨਲਾਈਨ ਚੈੱਕ ਕਰ ਸਕਣਗੇ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਐਪਲੀਕੈਂਟਸ ਵਾਸਤੇ ਨਵੇਂ ਟਰੈਕ ਨੂੰ ਲਾਂਚ ਕੀਤਾ ਗਿਆ ਹੈ, ਜਿਸ ਨਾਲ ਉਹ ਆਪਣੇ ਇਮੀਗ੍ਰੇਸ਼ਨ ਐਪਲੀਕੇਸ਼ਨਸ ਨੂੰ ਆਨਲਾਈਨ ਟਰੈਕ ਕਰ ਸਕਣਗੇ। ਇਹ ਟਰੈਕਰ ਸਰਕਾਰੀ ਵੈਬਸਾਈਟ ਉੱਪਰ ਉਪਲਬਧ ਹੋਵੇਗਾ। ਫਿਲਹਾਲ ਇਹ ਉਹਨਾਂ ਵਾਸਤੇ ਉਪਲਬਧ ਹੋਵੇਗਾ ਜਿਹੜੇ ਸਪਾਊਸਲ, ਕਾਮਨ ਲਾਅ ਅਤੇ ਡਿਪੈਂਡੈਂਟ ਚਾਈਲਡ ਸਪਾਂਸਰਸ਼ਿਪ ਵਾਸਤੇ ਅਪਲਾਈ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਐਪਲੀਕੈਂਟ ਅਤੇ ਰਿਪਰੈਜ਼ੈਂਟੇਟਿਵਸ ਵਾਸਤੇ ਵੀ ਉਪਲਬਧ ਹੋਵੇਗਾ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਸਪਾਊਸਲ ਵੀਜ਼ਾ ਸੰਬੰਧੀ ਨਵਾਂ ਟਰੈਕਰ ਲਾਂਚ ਕੀਤਾ ਜਾਵੇਗਾ ਤੇ ਅੱਜ ਇਸ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਜੋ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋਇਆ ਹੈ, ਉਸ ਦੇ ਨਿਪਟਾਰੇ ਸੰਬੰਧੀ ਕਈ ਖਾਸ ਤੇ ਵੱਡੇ ਕਦਮ ਚੁੱਕੇ ਜਾ ਰਹੇ ਨੇ। ਕੈਨੇਡਾ ਵਿੱਚ ਸਪਾਊਸਲ ਵੀਜ਼ਾ ਸੰਬੰਧੀ ਲਗਾਤਾਰ ਸਵਾਲ ਪੁੱਛੇ ਜਾਂਦੇ ਨੇ ਕਿ ਇਸ ਵੀਜ਼ਾ ਵਿੱਚ ਇੰਨੀ ਦੇਰੀ ਕਿਉਂ ਲੱਗ ਰਹੀ ਹੈ, ਤੇ ਹੁਣ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਫਾਈਲਾਂ ਦੇ ਨਿਪਟਾਰੇ ਦੇ ਉੱਪਰ ਕੰਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਦਾ 54,000 ਤੋਂ ਵੱਧ ਦਾ ਅੰਕੜਾ ਹੈ, ਜਿਨ੍ਹਾਂ ਦੇ ਉੱਪਰ ਕੈਨੇਡਾ ਸਰਕਾਰ ਨੇ ਅਜੇ ਡਿਸੀਜਨ ਦੇਣਾ ਹੈ। ਚਿਲਡਰਨ ਅਤੇ ਅਦਰ ਫੈਮਿਲੀ ਕਲਾਸ ਐਪਲੀਕੈਂਟਸ ਵਾਸਤੇ ਇਹ ਗਿਣਤੀ 8,848 ਦੀ ਦੱਸੀ ਗਈ ਹੈ। ਸੋ ਕੈਨੇਡਾ ਤੋਂ ਵੱਡੀ ਖਬਰ ਸਪਾਊਸਲ ਵੀਜ਼ਾ ਨਾਲ ਸੰਬੰਧਿਤ ਸਾਹਮਣੇ ਆਈ ਹੈ, ਜਿੱਥੇ ਹੁਣ ਸਪਾਊਸਲ ਵੀਜ਼ਾ ਅਪਲਾਈ ਕਰਨ ਵਾਲੇ ਆਪਣੀਆਂ ਅਰਜ਼ੀਆਂ ਦਾ ਸਟੇਟਸ ਆਨਲਾਈਨ ਚੈੱਕ ਕਰ ਸਕਣਗੇ ਅਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਲਦ ਬੈਕਲੌਗ ਨੂੰ ਖਤਮ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਵੱਲੋਂ ਹੋਰ ਵੀ ਇਮੀਗ੍ਰੇਸ਼ਨ ਸੰਬੰਧੀ ਕਈ ਕਦਮ ਚੁੱਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਟਵਾ ਵਿੱਚ ਟਰੱਕ ਡਰਾਈਵਰਸ ਵੱਲੋਂ ਕਾਫੀ ਦਿਨਾਂ ਤੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਪ੍ਰੋਟੈਸਟ ਅਜੇ ਵੀ ਜਾਰੀ ਹੈ, ਪਰ ਹੁਣ ਇਸ ਪ੍ਰਦਰਸ਼ਨ ਦੇ ਖਿਲਾਫ ਵੀ ਇੱਕ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਵਾਰਨਿੰਗ ਵੀ ਜਾਰੀ ਕੀਤੀ ਗਈ। ਆਟਵਾ ਵਿੱਚ ਇੱਕ ਹੋਰ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਆਟਵਾ ਵਿੱਚ ਵੈਕਸੀਨ ਨੀਤੀ ਦਾ ਵਿਰੋਧ ਕਰਨ ਵਾਲੇ ਟਰੱਕਰਸ ਦੇ ਖਿਲਾਫ ਹੋਵੇਗਾ। ਇਸ ਬਾਰੇ ਆਟਵਾ ਪੁਲਿਸ ਵੱਲੋਂ ਹੁਣ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਦਰਅਸਲ ਉਹਨਾਂ ਵੱਲੋਂ ਹਾਈ ਰਿਸਕ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵੀਕਐਂਡ ਹੋਰ ਵੀ ਟਰੱਕਰਸ ਆਟਵਾ ਵਿੱਚ ਪਹੁੰਚ ਸਕਦੇ ਨੇ। 250 ਦੇ ਕਰੀਬ ਇੱਥੇ ਵਾਹਨ ਆ ਸਕਦੇ ਹਨ। OPS ਇੰਟੈਲੀਜੈਂਸ ਮੁਤਾਬਕ 1000 ਤੋਂ 2000 ਦੇ ਕਰੀਬ ਜਿਹੜੇ ਸਪੋਰਟਰਸ ਹਨ, ਉਹ ਇੱਥੇ ਇਸ ਵੀਕਐਂਡ ਪਹੁੰਚ ਸਕਦੇ ਨੇ। ਇਸ ਤੋਂ ਇਲਾਵਾ ਜੋ ਕਾਊਂਟਰ ਪ੍ਰੋਟੈਸਟਰਸ ਦੀ ਗਿਣਤੀ ਹੈ, ਇਸ ਬਾਰੇ ਵੀ ਗੱਲ ਕਰਦੇ ਹੋਏ ਪੁਲਿਸ ਆਫੀਸਰਸ ਦਿਖਾਈ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਕਾਊਂਟਰ ਪ੍ਰੋਟੈਸਟਰਸ ਅਤੇ ਵੈਕਸੀਨ ਨੀਤੀ ਦਾ ਵਿਰੋਧ ਕਰਨ ਵਾਲੇ ਟਰੱਕਰਸ ਇਕੱਠੇ ਹੋਣਗੇ ਤਾਂ ਉਹਨਾਂ ਨੂੰ ਇਸ ਸੰਬੰਧੀ ਮੁਸ਼ਕਿਲ ਆ ਸਕਦੀ ਹੈ। ਇਸ ਦੌਰਾਨ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Second part of the strategy will be an expansion of the hardening of the perimeter in the demonstration red zone, the immediate area of Wellington Street in front of the Parliament buildings. We will be further isolating and containing the demonstration in that red zone. The Ottawa Police Service, the City of Ottawa, and our partners will be utilizing concrete barriers, heavy equipment barricades to create no-access roadways throughout the downtown core. This includes considerations around the closing of bridges, highway off-ramps, and other roadways. Incoming protester vehicles today and throughout the weekend will be directed to designated parking zones outside of the downtown core. Illegal parking by demonstrators will result in bylaw enforcement, removal and impound if necessary.
ਆਟਵਾ ਵਿੱਚ ਟਰੱਕ ਡਰਾਈਵਰਸ ਦਾ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ, ਜਿੱਥੇ ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਟਰੱਕ ਡਰਾਈਵਰਸ ਚਾਹੁੰਦੇ ਨੇ ਕਿ ਵੱਖ-ਵੱਖ ਸੂਬਿਆਂ ਤੋਂ ਪਾਬੰਦੀਆਂ ਹਟਾਈਆਂ ਜਾਣ। ਇਸ ਦੌਰਾਨ ਆਟਵਾ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੇ ਹੋਰ ਵੀ ਕਈ ਅਫਸਰ ਤਾਇਨਾਤ ਕੀਤੇ ਗਏ ਨੇ, ਜਿਹੜੇ ਪੂਰੇ ਪ੍ਰਦਰਸ਼ਨ ਦੇ ਉੱਪਰ ਨਜ਼ਰ ਰੱਖਣਗੇ। ਆਟਵਾ ਵਿੱਚ ਕਾਫੀ ਦਿਨਾਂ ਤੋਂ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਜੇ ਵੀ ਇਹ ਪ੍ਰਦਰਸ਼ਨ ਜਾਰੀ ਹੈ। ਹੁਣ ਆਟਵਾ ਪੁਲਿਸ ਵੱਲੋਂ 150 ਹੋਰ ਪੁਲਿਸ ਅਫਸਰ ਇੱਥੇ ਤਾਇਨਾਤ ਕੀਤੇ ਗਏ ਹਨ। ਜੀ ਹਾਂ, ਆਟਵਾ ਵਿੱਚ ਜੋ ਇਸ ਸਮੇਂ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਇਲਾਕੇ ਵਿੱਚ 150 ਹੋਰ ਅਫਸਰ ਤਾਇਨਾਤ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਪੁਲਿਸ ਚੀਫ ਪੀਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰ ਇੱਥੇ ਤਾਇਨਾਤ ਕੀਤੇ ਗਏ ਨੇ ਉਹਨਾਂ ਵੱਲੋਂ ਖਾਸ ਗੱਲਾਂ ਦਾ ਖਿਆਲ ਰੱਖਿਆ ਜਾਵੇਗਾ ਕਿ ਪ੍ਰਦਰਸ਼ਨ ਦੌਰਾਨ ਕਿਸੇ ਵੱਲੋਂ ਕਿਸੇ ਦੂਸਰੇ ਨੂੰ ਤੰਗ ਪਰੇਸ਼ਾਨ ਜਾਂ ਫਿਰ ਕਿਸੇ ਨੂੰ ਧਮਕੀ ਤਾਂ ਨਹੀਂ ਦਿੱਤੀ ਜਾ ਰਹੀ ਤੇ ਹੋਰ ਵੀ ਇੱਥੇ ਖਾਸ ਗੱਲਾਂ ਦਾ ਖਿਆਲ ਰੱਖਿਆ ਜਾਵੇਗਾ। ਦੱਸ ਦਈਏ ਕਿ ਪਿਛਲੇ ਦਿਨੀ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਕਈਆਂ ਵੱਲੋਂ ਨਫ਼ਰਤ ਭਰੇ ਸਿੰਬਲ ਦਿਖਾਏ ਗਏ ਅਤੇ ਹੋਰ ਵੀ ਕੁਝ ਖਬਰਾਂ ਸਾਹਮਣੇ ਆਈਆਂ ਸਨ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਟਰੱਕ ਡਰਾਈਵਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਕੁਝ ਟਰੱਕ ਡਰਾਈਵਰਸ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਟਵਾ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਸੂਬਿਆਂ ਤੋਂ ਕਰੋਨਾ ਪਾਬੰਦੀਆਂ ਹਟਾਈਆਂ ਜਾਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹਾਂ ਟਰੱਕ ਡਰਾਈਵਰਸ ਨਾਲ ਮੁਲਾਕਾਤ ਕਰਨ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰੀਕੇ ਦੀ ਨੈਗੋਸੀਏਸ਼ਨ ਨਹੀਂ ਕੀਤੀ ਜਾਏਗੀ। ਹਾਲ ਹੀ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਵਿੱਚ ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਉੱਪਰ ਮਿਲਟਰੀ ਬੁਲਾਉਣ ਦੀ ਅਜੇ ਉਨ੍ਹਾਂ ਦੀ ਕੋਈ ਵੀ ਯੋਜਨਾ ਨਹੀਂ ਹੈ। ਕੈਨੇਡਾ ਦੀ ਆਰਥਿਕਤਾ ਹੌਲੀ-ਹੌਲੀ ਸੁਧਰਦੀ ਹੋਈ ਦਿਖਾਈ ਦੇ ਰਹੀ ਸੀ, ਪਰ ਇੱਕ ਵਾਰ ਫਿਰ ਤੋਂ ਇਸ ਦੇ ਉੱਪਰ ਵਿਰਾਮ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ। ਦਰਅਸਲ ਜਨਵਰੀ ਮਹੀਨੇ ਦੇ ਬਾਰੇ ਜੋ ਅੰਕੜਾ ਸਾਹਮਣੇ ਆਇਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਆਰਥਿਕਤਾ ਦੇ ਵਿੱਚੋਂ ਕਿੰਨੀਆਂ ਨੌਕਰੀਆਂ ਚਲੀਆਂ ਗਈਆਂ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜਾ ਪੇਸ਼ ਕੀਤਾ ਗਿਆ, ਜਿਸ ਮੁਤਾਬਕ ਬੇਰੋਜ਼ਗਾਰੀ ਦਰ ਵੀ ਦੱਸੀ ਗਈ ਹੈ ਕਿ ਜਨਵਰੀ ਮਹੀਨੇ ਦੌਰਾਨ ਕਿੰਨੀ ਦਰਜ ਕੀਤੀ ਗਈ। ਕਰੋਨਾ ਵਾਇਰਸ ਦਾ ਅਸਰ ਇੱਕ ਵਾਰ ਫਿਰ ਤੋਂ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਪੈਂਦਾ ਹੋਇਆ ਦਿਖਾਈ ਦਿੱਤਾ। ਜਨਵਰੀ ਮਹੀਨੇ ਕਾਫੀ ਨੌਕਰੀਆਂ ਖੋ ਗਈਆਂ। ਤਾਜ਼ਾ ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ਦੌਰਾਨ ਕੈਨੇਡਾ ਦੇ ਅਰਥਚਾਰੇ ਵਿੱਚੋਂ 2 ਲੱਖ ਦੇ ਕਰੀਬ ਨੌਕਰੀਆਂ ਖਤਮ ਹੋ ਗਈਆਂ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਨਵਾਂ ਅੰਕੜਾ ਪੇਸ਼ ਕੀਤਾ ਗਿਆ, ਜਿਸ ਵਿੱਚ ਪਤਾ ਚੱਲਦਾ ਹੈ ਕਿ ਓਮਿਕਰੌਨ ਵੇਰੀਐਂਟ ਦਾ ਪ੍ਰਭਾਵ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਦੇਖਣ ਨੂੰ ਮਿਲਿਆ। ਓਮਿਕਰੌਨ ਵੇਰੀਐਂਟ ਦੇ ਫੈਲਾਅ ਕਾਰਨ ਵੱਖ-ਵੱਖ ਸੂਬਿਆਂ ਵੱਲੋਂ ਮੁੜ ਤੋਂ ਸਖਤੀਆਂ ਕੀਤੀਆਂ ਗਈਆਂ ਅਤੇ ਕਈ ਕਾਰੋਬਾਰ ਬੰਦ ਕਰ ਦਿੱਤੇ ਗਏ, ਜਿਸ ਕਾਰਨ ਇੱਕ ਵਾਰ ਫਿਰ ਤੋਂ ਨੌਕਰੀਆਂ ਖੋਹਦੀਆਂ ਹੋਈਆਂ ਦਿਖਾਈ ਦਿੱਤੀਆਂ। ਜੋ ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜਾ ਪੇਸ਼ ਕੀਤਾ ਗਿਆ ਉਸ ਮੁਤਾਬਕ ਬੇਰੋਜ਼ਗਾਰੀ ਦਰ 6.5% ਦਰਜ ਕੀਤੀ ਗਈ। ਸਭ ਤੋਂ ਵੱਧ ਨੌਕਰੀਆਂ ਓਨਟਾਰੀਓ ਅਤੇ ਕਿਊਬੈਕ ਵਿੱਚ ਖਤਮ ਹੋਈਆਂ, ਕਿਉਂਕਿ ਇਹ ਦੋਨੋਂ ਅਜਿਹੇ ਸੂਬੇ ਸਨ ਜਿੱਥੇ ਓਮਿਕਰੌਨ ਵੇਰੀਐਂਟ ਦਾ ਪ੍ਰਭਾਵ ਸਭ ਤੋਂ ਵੱਧ ਨਜ਼ਰ ਆਇਆ। ਸਟੈਟਿਸਟਿਕਸ ਕੈਨੇਡਾ ਵੱਲੋਂ ਅਲੱਗ-ਅਲੱਗ ਸੈਕਟਰਸ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਮੁਤਾਬਕ ਸਭ ਤੋਂ ਵੱਧ ਨੌਕਰੀਆਂ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਸੈਕਟਰ ਦੀਆਂ ਚਲੀਆਂ ਗਈਆਂ, ਜਿਸ ਵਾਸਤੇ 1,13,000 ਦਾ ਅੰਕੜਾ ਦੱਸਿਆ ਗਿਆ। ਰੀਟੇਲ ਸੈਕਟਰ ਵਾਸਤੇ ਇਹ ਗਿਣਤੀ 26,000 ਦੇ ਕਰੀਬ ਦੱਸੀ ਗਈ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਬਾਅਦ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਪਿਛਲੇ ਕੁਝ ਸਮੇਂ ਦੌਰਾਨ ਕੈਨੇਡਾ ਦੀ ਆਰਥਿਕਤਾ ਮੁੜ ਤੋਂ ਪਟੜੀ ਦੇ ਉੱਪਰ ਆ ਰਹੀ ਹੈ। ਹੌਲੀ-ਹੌਲੀ ਨੌਕਰੀਆਂ ਵੀ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ, ਪਰ ਓਮਿਕਰੌਨ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਜਿਹਾ ਦੇਖਿਆ ਗਿਆ ਜਦੋਂ ਆਰਥਿਕਤਾ ਪ੍ਰਭਾਵਿਤ ਹੋਈ ਹੋਵੇ। ਜਿੱਥੇ ਪਹਿਲਾਂ ਹਰ ਮਹੀਨੇ ਆਰਥਿਕਤਾ ਵਿੱਚ ਨੌਕਰੀਆਂ ਸ਼ਾਮਿਲ ਹੁੰਦੀਆਂ ਸਨ, ਹੁਣ ਆਰਥਿਕਤਾ ਵਿੱਚੋਂ ਨੌਕਰੀਆਂ ਖੋਹਦੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਇਲਾਵਾ ਜਨਵਰੀ ਮਹੀਨੇ ਦੌਰਾਨ ਸਾਰੇ ਵਰਕਰਸ ਵਿੱਚੋਂ 10% ਵਰਕਰ ਬਿਮਾਰੀ ਜਾਂ ਕੰਮ ਕਰਨ ਦੀ ਅਸਮਰੱਥਾ ਕਾਰਨ ਆਪਣੀਆਂ ਨੌਕਰੀਆਂ ਤੋਂ ਗੈਰ ਹਾਜ਼ਰ ਵੀ ਨਜ਼ਰ ਆਏ। ਇਹ ਸਾਰੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਹਰ ਮਹੀਨੇ ਉਹਨਾਂ ਵੱਲੋਂ ਆਰਥਿਕਤਾ ਦੇ ਬਾਰੇ ਅੰਕੜੇ ਸਾਂਝੇ ਕੀਤੇ ਜਾਂਦੇ ਹਨ। ਅਜਿਹਾ ਹੀ ਅੰਕੜਾ ਉਹਨਾਂ ਵੱਲੋਂ ਜਨਵਰੀ ਮਹੀਨੇ ਵਾਸਤੇ ਵੀ ਪੇਸ਼ ਕੀਤਾ ਗਿਆ। ਓਨਟਾਰੀਓ ਵਿੱਚ ਹੌਲੀ-ਹੌਲੀ ਕਰੋਨਾ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਇਹਨਾਂ ਸਖਤੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਲੌਂਗ ਟਰਮ ਕੇਅਰ ਸੰਬੰਧੀ ਵੀ ਹੁਣ ਰਾਹਤ ਦੇਣ ਸੰਬੰਧੀ ਓਨਟਾਰੀਓ ਵੱਲੋਂ ਜਾਣਕਾਰੀ ਦਿੱਤੀ ਗਈ। ਇੱਥੇ ਕਿਹੜਾ ਕਦਮ ਚੁੱਕਿਆ ਜਾ ਰਿਹਾ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਸਰਕਾਰ ਵੱਲੋਂ ਕਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਤੇ ਇਸੇ ਸੰਬੰਧੀ ਉਹਨਾਂ ਵੱਲੋਂ ਇੱਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ। ਜੀ ਹਾਂ, ਜਲਦ ਹੀ ਓਨਟਾਰੀਓ ਵੱਲੋਂ ਲੌਂਗ ਟਰਮ ਕੇਅਰ ਸੰਬੰਧੀ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾਵੇਗੀ, ਜਿਸ ਦਾ ਮਤਲਬ ਹੈ ਕਿ 7 ਫਰਵਰੀ ਤੋਂ ਸੂਬੇ ਦੇ ਵਿੱਚ ਲੌਂਗ ਟਰਮ ਕੇਅਰ ਅੰਦਰ 2 ਜਾਣੇ ਇੱਕੋ ਸਮੇਂ ਵਿਜ਼ਿਟ ਕਰ ਸਕਣਗੇ।
ਜਿਹੜੇ ਰੈਜ਼ੀਡੈਂਟਸ ਵੱਲੋਂ ਕੋਵਿਡ-19 ਵੈਕਸੀਨ ਦੇ ਤਿੰਨੋਂ ਡੋਜ਼ ਹਾਸਲ ਕੀਤੇ ਹੋਏ ਨੇ ਉਹ ਸੋਸ਼ਲ ਡੇ ਟ੍ਰਿਪਸ ਵਿੱਚ ਵੀ ਹਿੱਸਾ ਲੈ ਸਕਣਗੇ। ਇਸੀ ਜਾਣਕਾਰੀ ਨਿਊਜ਼ ਰਿਲੀਜ਼ ਦੇ ਰਾਹੀਂ ਸਾਂਝੀ ਕੀਤੀ ਗਈ। ਸੂਬੇ ਵੱਲੋਂ ਇਸ ਬਾਰੇ ਹੋਰ ਕੀ ਦੱਸਿਆ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Healthcare indicators suggest a general improvement in the COVID-19 situation in the province. Thank you. However, we recognize that some areas of the province still have precarious and strained healthcare capacity, and we still need to come together as a province to support all regions as we move ahead in our reopening. While the coming weeks will continue to be difficult for our hospital system, the number of hospitalizations is currently stable, and given current trends, we are more confident in our ability to ensure capacity across the province so that all Ontarians can get care at the right time and at the right place. ICU numbers remain high, but the number of COVID-19 patients are now starting to decrease, and we have increased capacity to provide care to those who need it. The percent positivity of tests continues to decrease, with our average this past week declining to 14.64% from 18.4% the week prior. Based on the current stabilization in Ontario's testing strategy, this is likely reflective of a real decline. Long-term care outbreaks are also declining, and we recently saw the first decline in the number of active resident cases in long-term care since the Omicron variant became the dominant strain. There has also been an increase of wastewater sites across the province reporting a downward trend in COVID-19 detections. These trends are encouraging, but we must remain vigilant and adhere to the measures that are helping reduce transmission, such as staying home when you're sick, wearing a well-fitted mask, distancing, and getting vaccinated and boosted. These individual actions will lead to our collective protection. NACI ਵੱਲੋਂ ਇੱਕ ਖਾਸ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਫੁੱਲੀ ਵੈਕਸੀਨੇਟਡ ਹਨ, ਉਹ 3 ਮਹੀਨਿਆਂ ਦਾ ਇੰਤਜ਼ਾਰ ਕਰਨ ਬੂਸਟਰ ਸ਼ਾਟ ਲਗਾਉਣ ਸੰਬੰਧੀ। ਇਸ ਤਰ੍ਹਾਂ ਇਮਿਊਨਿਟੀ ਦੇ ਵਿੱਚ ਵਾਧਾ ਹੁੰਦਾ ਹੈ। ਇਸ ਗੱਲ ਦਾ ਵੀ ਜ਼ਿਕਰ ਜਿਹੜਾ ਹੈ NACI ਵੱਲੋਂ ਕੀਤਾ ਗਿਆ। ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਅਤੇ ਦੂਸਰੀ ਡੋਜ਼ ਵਿੱਚ ਕਿੰਨਾ ਸਮਾਂ ਰੱਖਿਆ ਜਾਵੇ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਕੋਵਿਡ ਇਨਫੈਕਸ਼ਨ ਤੋਂ ਬਾਅਦ ਬੂਸਟਰ ਡੋਜ਼ ਲੈਣ ਵਾਸਤੇ 3 ਮਹੀਨਿਆਂ ਦੀ ਉਡੀਕ ਵਾਸਤੇ ਸਿਫਾਰਿਸ਼ ਕੀਤੀ ਗਈ। ਇਹ ਸਿਫਾਰਿਸ਼ ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਵੱਲੋਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੈਕਸੀਨ ਹਾਸਲ ਕਰਨ ਵਾਲੇ ਕੈਨੇਡੀਅਨਸ ਨੂੰ ਕੋਵਿਡ-19 ਵਾਇਰਸ ਹੋ ਚੁੱਕਿਆ ਹੈ, ਉਹ ਆਪਣੀ ਬੂਸਟਰ ਡੋਜ਼ ਲੈਣ ਤੇ ਪਹਿਲਾਂ 3 ਮਹੀਨਿਆਂ ਦਾ ਇੰਤਜ਼ਾਰ ਕਰਨ। ਇਹ ਨਵੀਆਂ ਗਾਈਡਲਾਈਨਸ ਉਸ ਸਮੇਂ ਆਈਆਂ ਜਦੋਂ ਕੁਝ ਕੁ ਹਫ਼ਤਿਆਂ ਵਿੱਚ ਹੀ ਲੱਖਾਂ ਕੈਨੇਡੀਅਨਸ ਕੋਵਿਡ ਦੇ ਤੇਜ਼ੀ ਨਾਲ ਫੈਲਣ ਵਾਲੇ ਓਮਿਕਰੌਨ ਵੇਰੀਐਂਟ ਦਾ ਸ਼ਿਕਾਰ ਹੋ ਚੁੱਕੇ ਨੇ। ਜਾਰੀ ਸਿਫਾਰਸ਼ਾਂ ਵਿੱਚ NACI ਨੇ ਕਿਹਾ ਹੈ ਕਿ ਵਾਇਰਸ ਇਨਫੈਕਸ਼ਨ ਅਤੇ ਵੈਕਸੀਨੇਸ਼ਨ ਵਿਚਕਾਰ ਲੰਬਾ ਗੈਪ ਬਿਹਤਰ ਇਮਿਊਨ ਰਿਸਪੌਂਸ ਪੈਦਾ ਕਰਦਾ ਹੈ ਅਤੇ ਇਸ ਤਰ੍ਹਾਂ ਵਾਇਰਸ ਨਾਲ ਲੜਨ ਵਾਸਤੇ ਪੈਦਾ ਹੋਏ ਐਂਟੀਬਾਡੀਜ਼ ਨੂੰ ਘਟਾਇਆ ਜਾ ਸਕਦਾ ਤਾਂ ਕਿ ਵੈਕਸੀਨੇਸ਼ਨ ਵੇਲੇ ਇਮਿਊਨ ਦਖਲ ਤੋਂ ਬਚਿਆ ਜਾ ਸਕੇ। ਤਾਜ਼ਾ ਜਾਣਕਾਰੀ ਮੁਤਾਬਕ ਵੈਕਸੀਨ ਹਾਸਲ ਕਰਨ ਵਾਲਿਆਂ ਦੇ ਲਈ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਕੋਵਿਡ ਸਿੰਪਟਮਸ ਹੋਣ ਜਾਂ ਫਿਰ ਟੈਸਟ ਨਤੀਜੇ ਪੋਜ਼ਿਟਿਵ ਆਉਣ ਤਾਂ ਉਹ ਬੂਸਟਰ ਡੋਜ਼ ਹਾਸਲ ਕਰਨ ਲਈ 3 ਮਹੀਨਿਆਂ ਦਾ ਇੰਤਜ਼ਾਰ ਕਰਨ ਅਤੇ ਨਾਲ ਹੀ ਦੂਸਰੀ ਡੋਜ਼ ਹਾਸਲ ਕਰਨ ਤੇ ਘੱਟੋ-ਘੱਟ 6 ਮਹੀਨਿਆਂ ਦਾ ਗੈਪ ਵੀ ਤੀਸਰੀ ਡੋਜ਼ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਬੂਸਟਰ ਡੋਜ਼ ਲਗਾਏ ਜਾ ਰਹੇ ਨੇ। ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ, ਉਹਨਾਂ ਨੂੰ ਲਗਾਤਾਰ ਇਸ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹ ਬੂਸਟਰ ਸ਼ਾਟ ਵੀ ਹਾਸਲ ਕਰ ਲੈਣ ਤਾਂ ਕਿ ਉਹਨਾਂ ਨੂੰ ਵਾਇਰਸ ਦੇ ਖਿਲਾਫ ਜ਼ਿਆਦਾ ਸੁਰੱਖਿਆ ਹਾਸਲ ਹੋ ਸਕੇ। ਕੈਨੇਡਾ ਵਿੱਚ ਓਮਿਕਰੌਨ ਵੇਰੀਐਂਟ ਦੇ ਫੈਲਾਅ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਕੈਨੇਡੀਅਨਸ ਨੂੰ ਇਹੀ ਗੱਲ ਕਹੀ ਜਾ ਰਹੀ ਹੈ ਕਿ ਉਹ ਬੂਸਟਰ ਸ਼ਾਟ ਜ਼ਰੂਰ ਲਗਵਾਉਣ। ਕੈਨੇਡਾ ਦੇ ਵੱਖ-ਵੱਖ ਸੂਬੇ ਹੁਣ ਪਾਬੰਦੀਆਂ ਹਟਾਉਂਦੇ ਹੋਏ ਦਿਖਾਈ ਦੇ ਰਹੇ ਨੇ। ਪਹਿਲਾਂ ਕਿਊਬੈਕ ਅਤੇ ਓਨਟਾਰੀਓ ਵੱਲੋਂ ਐਲਾਨ ਕੀਤਾ ਗਿਆ, ਪਰ ਹੁਣ ਐਲਬਰਟਾ ਤੇ ਸਸਕੈਚੁਆਨ ਤੋਂ ਵੀ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰਸ ਵੱਲੋਂ ਦੱਸਿਆ ਗਿਆ ਕਿ ਕਦੋਂ ਤੇ ਕਿਸ ਤਰ੍ਹਾਂ ਪਾਬੰਦੀਆਂ ਹਟਾਈਆਂ ਜਾਣਗੀਆਂ। ਕੈਨੇਡਾ ਦੇ ਕਈ ਸੂਬੇ ਹੁਣ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਚੁੱਕੇ ਨੇ। ਜਿਹੜੇ ਸੂਬਿਆਂ ਵੱਲੋਂ ਸਖਤੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਉਹਨਾਂ ਦੀ ਲਿਸਟ ਵਿੱਚ ਹੁਣ ਐਲਬਰਟਾ ਤੇ ਸਸਕੈਚੁਆਨ ਦਾ ਨਾਮ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਜੀ ਹਾਂ, ਇਹਨਾਂ ਦੋਹਾਂ ਸੂਬਿਆਂ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਉਹਨਾਂ ਵੱਲੋਂ ਕਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਬਾਰੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਅਗਲੇ ਹਫ਼ਤੇ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ। ਐਲਬਰਟਾ ਵੱਲੋਂ ਕੋਵਿਡ-19 ਵੈਕਸੀਨ ਪਾਸਪੋਰਟ
ਖਤਮ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਸੂਬੇ ਵਿੱਚ ਜਿਹੜੀਆਂ ਹੋਰ ਰੈਸਟ੍ਰਿਕਸ਼ਨਸ ਨੇ ਉਹਨਾਂ ਨੂੰ ਵੀ ਹਟਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਸਕੈਚੁਆਨ ਦੇ ਵਿੱਚ ਵੀ ਜੋ ਲਗਾਤਾਰ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਲੱਗੀ ਹੈ, ਇਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਪ੍ਰੀਮੀਅਰ ਦਾ ਕਹਿਣਾ ਹੈ ਕਿ ਪੈਂਡੈਮਿਕ ਤਾਂ ਖਤਮ ਨਹੀਂ ਹੋ ਰਿਹਾ, ਪਰ ਲੋਕ ਜ਼ਰੂਰ ਪਰੇਸ਼ਾਨ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨਾਲ ਜੀਣਾ ਸਾਨੂੰ ਸਿੱਖ ਲੈਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਸਸਕੈਚੁਆਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨੀ ਜਲਦੀ ਵਿੱਚ ਸੂਬੇ ਤੋਂ ਪਾਬੰਦੀਆਂ ਹਟਾਉਣਾ ਠੀਕ ਗੱਲ ਨਹੀਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਊਬਿਕ ਅਤੇ ਓਨਟਾਰੀਓ ਵੱਲੋਂ ਪਾਬੰਦੀਆਂ ਵਿੱਚ ਰਾਹਤ ਦੇਣ ਬਾਰੇ ਐਲਾਨ ਕੀਤਾ ਗਿਆ। ਓਨਟਾਰੀਓ ਅਤੇ ਕਿਊਬਿਕ ਦੋ ਅਜਿਹੇ ਸੂਬੇ ਸਨ ਜਿਹੜੇ ਓਮਿਕਰੌਨ ਵੇਰੀਐਂਟ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ। ਇੱਥੇ ਮੌਜੂਦਾ ਹਾਲਾਤਾਂ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੁਣ ਇਨ੍ਹਾਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਉਧਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਜੋ ਕਾਰੋਬਾਰਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਉਸ ਨੂੰ ਵੀ ਹੁਣ ਹਟਾਇਆ ਜਾ ਰਿਹਾ ਹੈ, ਜਿਸ ਬਾਰੇ ਪ੍ਰੀਮੀਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਓਮਿਕਰੌਨ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਮੁੜ ਤੋਂ ਸਖਤੀ ਕੀਤੀ ਗਈ ਸੀ ਤੇ ਹੁਣ ਕਿਉਂਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਲੱਗੀ ਹੈ ਤਾਂ ਫਿਰ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਕਈ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵੱਲੋਂ ਲਗਭਗ ਸਾਰੀਆਂ ਡੋਮੈਸਟਿਕ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ ਗਈਆਂ। ਹਾਲ ਹੀ 'ਚ ਇੰਗਲੈਂਡ ਵੱਲੋਂ ਸਾਰੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਤੇ ਬਾਕੀ ਕਈ ਦੇਸ਼ ਅਜਿਹੇ ਨੇ ਜਿਨ੍ਹਾਂ ਵੱਲੋਂ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਨਾਰਥ ਡੈਲਟਾ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਪੁਲਿਸ ਵੱਲੋਂ ਅਜੇ ਉਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਨਾਰਥ ਡੈਲਟਾ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਵੇਰ ਸਮੇਂ ਨਾਰਥ ਡੈਲਟਾ ਵਿੱਚ ਗੋਲੀਬਾਰੀ ਹੋਈ। ਜੋ ਪੁਲਿਸ ਵਿਭਾਗ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਉਸ ਮੁਤਾਬਕ ਇਹ ਘਟਨਾ 92 ਐਵੀਨਿਊ ਦੇ 11800 ਬਲਾਕ ਵਿੱਚ 2:05 ਦੇ ਕਰੀਬ ਵਾਪਰੀ। ਜਦੋਂ ਪੁਲਿਸ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਸੀ। ਇਸ ਦੌਰਾਨ ਪੁਲਿਸ, ਡੈਲਟਾ ਫਾਇਰ ਅਤੇ ਐਮਰਜੈਂਸੀ ਹੈਲਥ ਸਰਵਿਸਿਜ਼ ਵੱਲੋਂ ਇਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਅਜੇ ਇਸ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਅਤੇ ਰੈਜ਼ੀਡੈਂਟਸ ਉਨ੍ਹਾਂ ਨੂੰ ਨੋਨ ਸਨ ਅਤੇ ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਸਸਪੈਕਟ ਦੇ ਬਾਰੇ ਵੀ ਕੋਈ ਜ਼ਿਆਦਾ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸੰਬੰਧੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 604 946 4411 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਵੱਖ-ਵੱਖ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਸੂਬਿਆਂ ਵਿੱਚ ਕਾਫੀ ਜ਼ਿਆਦਾ ਬਰਫ਼ਬਾਰੀ ਹੋਣ ਵਾਲੀ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਬਾਰੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕਿੰਨੀ ਬਰਫ਼ਬਾਰੀ ਹੋਵੇਗੀ। ਜਾਣੋ ਇਸ ਖਬਰ ਰਾਹੀਂ। ਕੈਨੇਡਾ ਦੇ ਕਈ ਹਿੱਸਿਆਂ ਵਾਸਤੇ ਵਿੰਟਰ ਸਟਾਰਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਹੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਿੰਟਰ ਸਟਾਰਮ ਦੇ ਕਾਰਨ ਨੋਵਾ ਸਕੋਸ਼ੀਆ ਦੇ ਕਈ ਸਕੂਲ ਬੰਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਕਈ ਹਿੱਸੇ ਕੁਝ ਇਸ ਤਰ੍ਹਾਂ ਪ੍ਰਭਾਵਿਤ ਹੋਣਗੇ ਜਿੱਥੇ ਬਿਜਲੀ ਦੇ ਕੱਟ ਲੱਗ ਸਕਦੇ ਨੇ। ਇਸ ਤੋਂ ਇਲਾਵਾ ਨਿਊ ਬਰਨਸਵਿਕ ਵਾਸਤੇ ਵੀ ਸਨੋਫਾਲ ਤੇ ਵਿੰਟਰ ਸਟਾਰਮ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਕਈ ਥਾਵਾਂ ਦੇ ਉੱਪਰ 55 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਵੇਗੀ। ਪ੍ਰਿੰਸ ਐਡਵਰਡ ਆਈਲੈਂਡ ਵਾਸਤੇ ਇਹ ਜਾਣਕਾਰੀ 45 ਸੈਂਟੀਮੀਟਰ ਦੀ ਦੱਸੀ ਗਈ। ਨਾਰਦਰਨ ਨੋਵਾ ਸਕੋਸ਼ੀਆ ਵਿੱਚ 30 ਤੋਂ 40 ਸੈਂਟੀਮੀਟਰ ਤੱਕ ਬਰਫ਼ਬਾਰੀ ਪਏਗੀ। ਇਸ ਤੋਂ ਇਲਾਵਾ ਸਦਰਨ ਨੋਵਾ ਸਕੋਸ਼ੀਆ ਵਿੱਚ 100 ਮਿਲੀਮੀਟਰ ਤੱਕ ਬਰਸਾਤ ਪੈਣ ਦੀ ਸੰਭਾਵਨਾ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਕਈ ਹਿੱਸਿਆਂ ਵਿੱਚ 70 ਸੈਂਟੀਮੀਟਰ ਤੱਕ ਸਨੋ ਪਵੇਗੀ। ਇਨਵਾਇਰਨਮੈਂਟ ਕੈਨੇਡਾ ਵੱਲੋਂ ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਰੋਡ ਕੰਡੀਸ਼ਨਸ ਦਾ ਧਿਆਨ ਰੱਖਣ ਅਤੇ ਸਮੇਂ-ਸਮੇਂ ਦੇ ਉੱਪਰ ਮੌਸਮ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਰਹਿਣ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਨੇ। ਇੱਕ ਸਟੱਡੀ ਸਾਹਮਣੇ ਆਈ ਜਿਸ ਵਿੱਚ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਕਿਸ ਤਰ੍ਹਾਂ ਮਾਸ ਸ਼ੂਟਿੰਗਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਇਹਨਾਂ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਪਹਿਲਾਂ ਦੇ ਮੁਕਾਬਲੇ ਵੱਧ ਹੋਇਆ ਹੈ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਰ ਸਾਲ ਇਹਨਾਂ ਦੀ ਗਿਣਤੀ ਵਧਦੀ ਦਿਖਾਈ ਦੇ ਰਹੀ ਹੈ। ਇਸ ਬਾਰੇ ਇੱਕ ਤਾਜ਼ਾ ਸਟੱਡੀ ਸਾਹਮਣੇ ਆਈ ਜਿਸ ਵਿੱਚ ਪਤਾ ਚੱਲਿਆ ਕਿ ਯੂਐਸ ਅੰਦਰ ਜੋ ਗੋਲੀਬਾਰੀ ਹੋਈ ਉਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਦਰਜ ਕੀਤੀ ਗਈ। ਦਰਅਸਲ ਗਵਰਨਮੈਂਟ ਫੰਡਡ ਰਿਸਰਚ ਪ੍ਰੋਜੈਕਟ ਜਾਰੀ ਕੀਤਾ ਗਿਆ ਜਿਸ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ 2000 ਤੋਂ ਹੀ ਗੋਲੀਬਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਦਰਜ ਕੀਤੀ ਗਈ।
ਇਸ ਪ੍ਰੋਜੈਕਟ ਦੇ ਮੁਤਾਬਕ 172 ਮਾਸ ਸ਼ੂਟਿੰਗ ਵਾਪਰੀ ਹੈ, ਜਿਸ ਬਾਰੇ ਦੱਸਿਆ ਗਿਆ। ਸਟੱਡੀ ਮੁਤਾਬਕ ਜਿਹੜੀਆਂ ਮੌਤਾਂ ਮਾਸ ਸ਼ੂਟਿੰਗ ਦੇ ਕਾਰਨ 1966 ਤੋਂ ਲੈ ਕੇ 2019 ਦੌਰਾਨ ਹੋਈਆਂ, ਉਸ ਦੇ ਅੱਧ ਤੋਂ ਜ਼ਿਆਦਾ ਸਾਲ 2000 ਤੋਂ ਦਰਜ ਕੀਤੀਆਂ ਗਈਆਂ। 2010 ਤੋਂ ਲੈ ਕੇ 2019 ਦੇ ਵਿਚਕਾਰ 20% ਦਾ ਅੰਕੜਾ ਵੀ ਦੱਸਿਆ ਗਿਆ। ਇਸ ਸਟੱਡੀ ਦੇ ਮੁਤਾਬਕ ਹਰ ਸਾਲ 51 ਲੋਕਾਂ ਦੀ ਮਾਸ ਸ਼ੂਟਿੰਗ ਦੇ ਕਾਰਨ ਮੌਤ ਹੋ ਰਹੀ ਹੈ, ਜੋ ਕਿ 1970 ਦੌਰਾਨ 8 ਜਾਣਿਆਂ ਦੀ ਗਿਣਤੀ ਸੀ। ਦੱਸ ਦਈਏ ਕਿ ਹਾਲ ਹੀ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਅਟਾਰਨੀ ਜਨਰਲ ਵੱਲੋਂ ਗਨ ਵਾਇਲੈਂਸ ਨੂੰ ਰੋਕਣ ਸੰਬੰਧੀ ਕੁਝ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਜਸਟਿਸ ਡਿਪਾਰਟਮੈਂਟ ਵੱਲੋਂ ਆਪਣੀ ਸਟੱਡੀ ਹਾਈਲਾਈਟ ਪੇਸ਼ ਕੀਤੇ ਗਏ। ਡਾਕਟਰ ਟੀਮ ਵੱਲੋਂ ਇੱਕ ਖਾਸ ਸਲਾਹ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਕੈਨੇਡਾ ਵਿੱਚ ਮੌਜੂਦਾ ਸਮੇਂ ਸਖਤੀਆਂ ਕੀਤੀਆਂ ਗਈਆਂ ਨੇ, ਉਹਨਾਂ ਦੇ ਉੱਪਰ ਵਿਚਾਰ ਕਰਨਾ ਚਾਹੀਦਾ ਹੈ। ਵੈਕਸੀਨ ਪਾਸਪੋਰਟ ਦਾ ਵੀ ਉਹ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਡਾਕਟਰ ਟੀਮ ਵੱਲੋਂ ਕੀ ਕਿਹਾ ਗਿਆ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੈਨੇਡਾ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਕੈਨੇਡਾ ਦੀ ਟਾਪ ਡਾਕਟਰ ਗੱਲਬਾਤ ਕਰਦੀ ਹੋਈ ਦਿਖਾਈ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਸੰਬੰਧੀ ਕੈਨੇਡਾ ਨੂੰ ਹੁਣ ਕੁਝ ਹੋਰ ਕਦਮ ਚੁੱਕਣੇ ਚਾਹੀਦੇ ਹਨ। ਪਬਲਿਕ ਹੈਲਥ ਬਰੀਫਿੰਗ ਦੌਰਾਨ ਬੋਲਦਿਆਂ ਡਾਕਟਰ ਟੀਮ ਨੇ ਕਿਹਾ ਕਿ ਮੌਜੂਦਾ ਸਮੇਂ ਜਿਹੜੇ ਪ੍ਰੋਵਿੰਸ਼ੀਅਲ ਵੈਕਸੀਨੇਸ਼ਨ ਪਾਸਪੋਰਟ ਨੇ, ਉਹਨਾਂ ਨੂੰ ਆਉਣ ਵਾਲੇ ਹਫ਼ਤਿਆਂ ਦੌਰਾਨ ਰੀ-ਐਗਜ਼ਾਮਿਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Though declining, daily new case counts averaging over 10,000 daily, together with other indicators of COVID-19 disease activity, including test positivity, RT or the effective reproduction number, and wastewater surveillance trends, indicate ongoing widespread activity across the country. Presently, severe illness trends are elevated or still rising in many areas of the country. Up to February the 2nd, an average of over 10,000 people with COVID-19 were being treated in hospitals each day, including over 1,100 in intensive care, and over 140 deaths were reported daily. As we continue to take measures to mitigate the impact of COVID-19 and protect our heavily strained health system, experts are learning more every day about the effectiveness of COVID-19 vaccines. At the same time, we are moving ever closer to more and better treatments. These advancements will help lighten the load that so many of us have been carrying in the space between us and through the difficult sacrifices we've made. Since the outset of COVID-19 vaccination programs, Canada's National Advisory Committee on Immunisation, or NACI, and health authorities across the country have continued to monitor vaccine safety and effectiveness data. What the latest data show is that while 2 doses of COVID-19 vaccine offer reasonably good protection against severe disease, receiving an mRNA booster dose offers superior protection, keeping more people out of hospital or preventing more deaths. In general, data show that protection against hospitalizations is over 90% with an mRNA booster dose, which is 15 to 40% higher effectiveness than with just 2 doses. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਇੱਥੇ ਕੋਰੋਨਾ ਵਾਇਰਸ ਦੀ ਕੀ ਹਾਲਾਤ ਬਣੇ ਹੋਏ ਨੇ, ਸੂਬਿਆਂ ਵਿੱਚ ਕੀ ਸਥਿਤੀ ਹੈ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇੱਥੇ 24 ਘੰਟਿਆਂ ਦੌਰਾਨ 2634 ਕੇਸਿਸ ਦਰਜ ਕੀਤੇ ਗਏ ਤੇ ਇੰਟੈਂਸਿਵ ਕੇਅਰ ਅਧੀਨ 517 ਦੀ ਗਿਣਤੀ ਦੱਸੀ ਗਈ। ਹੁਣ ਤੱਕ ਸੂਬੇ ਵਿੱਚ ਕੁੱਲ 10,47,970 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਉਹਨਾਂ ਵਿੱਚ 685 ਅਨਵੈਕਸੀਨੇਟਡ, 170 ਪਾਰਸ਼ਲੀ ਵੈਕਸੀਨੇਟਡ ਤੇ 2000 ਤੋਂ ਜ਼ਿਆਦਾ ਫੁੱਲੀ ਵੈਕਸੀਨੇਟਡ ਸ਼ਾਮਲ ਨੇ। ਹੁਣ ਤੱਕ ਸੂਬੇ ਵਿੱਚ 11,711 ਦੇ ਕਰੀਬ ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ। ਇੱਥੇ ਪ੍ਰੋਵਿੰਸ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 9,98,238 ਦੇ ਕਰੀਬ ਦੱਸੀ ਗਈ। ਵੈਕਸੀਨ ਦੀ ਜਾਣਕਾਰੀ ਮੁਤਾਬਕ 99.4% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ। 92% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ। ਓਨਟਾਰੀਓ ਵਿੱਚ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ 6.5 ਮਿਲੀਅਨ ਤੋਂ ਵੱਧ ਦੀ ਹੈ। ਇਸ ਤੋਂ ਇਲਾਵਾ 511 ਸਾਲ ਦੇ ਬੱਚਿਆਂ ਵੱਲੋਂ 54% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਅਤੇ ਦੋਨੋਂ ਡੋਜ਼ ਹਾਸਲ ਕਰਨ ਵਾਲਿਆਂ ਦਾ ਅੰਕੜਾ 20.9% ਦਾ ਦੱਸਿਆ ਗਿਆ। ਕਿਊਬੈਕ ਤੋਂ 24 ਘੰਟੇ ਦੌਰਾਨ 2000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇੱਥੇ 24 ਘੰਟੇ ਦੌਰਾਨ 2541 ਕੇਸਿਸ ਸਾਹਮਣੇ ਆਏ। ਇੰਟੈਂਸਿਵ ਕੇਅਰ ਅਧੀਨ 184 ਦੀ ਗਿਣਤੀ ਦੱਸੀ ਗਈ। ਹੁਣ ਤੱਕ ਸੂਬੇ ਵਿੱਚ ਕੁੱਲ 8,75,429 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 13,420 ਮੌਤਾਂ ਇਸ ਵਾਇਰਸ ਕਾਰਨ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ।
ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 90% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ। 85% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਤੀਸਰਾ ਟੀਕਾ ਯਾਨੀ ਕਿ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ 47% ਦੇ ਕਰੀਬ ਹੈ। ਦੱਸ ਦਈਏ ਕਿ ਕੈਨੇਡਾ ਦੇ ਕਈ ਸੂਬੇ ਹੁਣ ਕੋਰੋਨਾ ਪਾਬੰਦੀਆਂ ਵਿੱਚ ਰਾਹਤ ਦੇਣ ਲੱਗੇ ਨੇ। ਕਈ ਸੂਬਿਆਂ ਵੱਲੋਂ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਕਈਆਂ ਵੱਲੋਂ ਇਸ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਵੱਡੀ ਗਿਣਤੀ ਵਿੱਚ ਰਿਕਵਰ ਕੇਸਿਸ ਦੀ ਗਿਣਤੀ ਹੈ। ਇਸ ਤੋਂ ਇਲਾਵਾ ਹੁਣ ਤੱਕ ਕੈਨੇਡਾ ਵਿੱਚ 33,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਵੀਜ਼ੇ ਬਾਰੇ ਮਿਲੇਗੀ ਘਰ ਬੈਠੇ ਜਾਣਕਾਰੀ। ਟਰੱਕ ਵਾਲਿਆਂ ਖਿਲਾਫ ਪ੍ਰਦਰਸ਼ਨ ਦੀ ਤਿਆਰੀ, ਇਸ ਹਫ਼ਤੇ ਆਟਵਾ ਵਿੱਚ ਹੋਣਗੇ 2 ਪ੍ਰਦਰਸ਼ਨ ਵਾਲੀ ਥਾਂ ਤੇ ਲਗਾਏ ਹੋਰ ਅਫਸਰ, ਪੁਲਿਸ ਨੇ ਦਿੱਤੀ ਇਸ ਬਾਰੇ ਜਾਣਕਾਰੀ। ਆਰਥਿਕਤਾ ਹੋਈ ਪ੍ਰਭਾਵਿਤ, ਘੱਟ ਹੋਈਆਂ ਪਹਿਲਾਂ ਦੇ ਮੁਕਾਬਲੇ ਨੌਕਰੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਂ ਨਿੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।